ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਕਈ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ, ਪਰ ਹਾਲ ਹੀ ਦੇ ਵਿੱਚ ਬੀਟ ਸਕੈਮ ਤੇ ਨਿਕਲਣ ਦੇ ਆਉਣ ਤੋਂ ਇੱਕ ਐਸਾ ਮੁੱਦਾ ਖੜਾ ਹੋ ਗਿਆ ਹੈ ਜਿਸ ਲਈ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ ਸੱਜਣ ਸਿੰਘ ਚੀਮਾ ਜੀ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਦੱਸਿਆ ਜਾਵੇ ਵੀ ਤੁਸੀਂ ਇਹ ਮੁੱਦਾ ਜਲੰਧਰ ਦੇ ਵਿੱਚ ਆ ਕੇ ਉਠਾ ਰਹੇ ਹੋ, ਕੀ ਰੀਜ਼ਨ ਹੈ? ਇਹ ਇਸ ਤਰ੍ਹਾਂ ਕਿ ਇਹ ਮੈਂ ਸਮਝਦਾ ਕਿ ਇਹ ਇਕੱਲਾ ਸੁਲਤਾਨਪੁਰ ਹਲਕੇ ਜਾਂ ਇੱਕ ਪਹਿਲਾਂ ਜਿਹੜਾ ਇੱਕ ਹਲਕੇ ਦੇ ਵਿੱਚ ਪਹਿਲਾਂ ਇਹ ਸਾਹਮਣੇ ਆਇਆ, ਇਹ ਇਕੱਲਾ ਮੁੱਦਾ ਸੁਲਤਾਨਪੁਰ ਜਾਂ ਇਹਨਾਂ ਹਲਕਿਆਂ ਦਾ ਨਹੀਂ ਹੈ। ਅਗਰ ਇਹ ਸਾਰੇ ਪੰਜਾਬ ਦੇ ਵਿੱਚ ਇਹਦੀ ਘੋਖ ਨਾਲ ਪੜਤਾਲ ਕੀਤੀ ਜਾਵੇ, ਇਨਵੈਸਟੀਗੇਸ਼ਨ ਕੀਤੀ ਜਾਵੇ, ਤੇ ਇੱਕ ਬਹੁਤ ਵੱਡਾ ਜਿਹੜਾ ਸਕੈਂਡਲ ਹੈ ਉਹ ਸਾਹਮਣੇ ਆਊਗਾ। ਤੁਸੀਂ ਆਪ ਜੁਆਇਨ ਕਰ ਚੁੱਕੇ ਹੋ, ਉਸ ਤੋਂ ਬਾਅਦ ਹੀ ਹੁਣ ਜਿਹੜਾ ਹੈ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਨੇ। ਆਮ ਤੌਰ ਤੇ ਇੱਕ ਪੋਲੀਟੀਕਲ ਪਾਰਟੀ ਜੋ ਗਲਤੀਆਂ ਕਰਦੀਆਂ ਨੇ ਖਾਸ ਤੌਰ ਤੇ ਚੋਣਾਂ ਨੂੰ ਲੈ ਕੇ, ਉਸੇ ਤਰੀਕੇ ਦੇ ਨਾਲ ਆਪ ਵੀ ਇਸ ਵਾਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਗੱਲ ਕਰੀਏ ਤੇ ਚੋਣਾਂ ਦੇ ਬਿਲਕੁਲ ਲਾਗੇ ਆ ਕੇ ਨਜ਼ਦੀਕ ਆ ਕੇ ਹੀ ਸਰਗਰਮ ਹੋਈ ਹੈ ਮੁੱਦਿਆਂ ਨੂੰ ਲੈ ਕੇ, ਚੀਜ਼ਾਂ ਨੂੰ ਲੈ ਕੇ। ਹੁਣ ਜੇਕਰ ਅਸੀਂ ਗੱਲ ਕਰੀਏ ਸੁਲਤਾਨਪੁਰ ਲੋਧੀ ਦੀ, ਤੇ ਉੱਥੇ ਜਿਹੜਾ ਇਹ ਵੀਟ ਸਕੈਮ ਨਿਕਲਿਆ, ਕਿੰਨੇ ਦਾ ਨਿਕਲਿਆ, ਕਿਸ ਤਰੀਕੇ ਦੇ ਨਾਲ ਇਫੈਕਟ ਕਰ ਰਿਹਾ ਲੋਕਾਂ ਨੂੰ, ਤੇ ਪੋਲੀਟੀਕਲ ਪਾਰਟੀ ਦੇ ਵੱਲੋਂ ਤੁਹਾਡੇ ਵੱਲੋਂ ਹੁਣ ਕਿਸ ਤਰੀਕੇ ਦੇ ਨਾਲ ਐਕਸ਼ਨ ਅੱਗੇ ਲਿੱਤਾ ਜਾਏਗਾ? ਦੇਖੋ, ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਇੱਥੇ ਆਣ ਕੇ ਲਾਗੇ ਆਣ ਕੇ ਇਲੈਕਸ਼ਨ ਦੇ ਇਹੋ ਜਿਹੇ ਮੁੱਦੇ ਜਿਹੜੇ ਉਠਾਏ ਨੇ, ਇੱਥੇ ਲਾਗੇ ਆ ਕੇ ਨਹੀਂ ਉਠਾਏ। ਮੈਂ ਜਿਹੜੇ ਨੇ 4 ਸਾਲ ਤੋਂ ਕਰਪਸ਼ਨ ਦੇ ਮੁੱਦੇ ਜਿਹੜੇ ਨੇ, ਚਾਹੇ ਉਹ 550ਵੇਂ ਗੁਰਪੁਰਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਸੀ, ਪੁਲ ਬਣ ਰਹੇ ਸੀ, ਹੋਰ ਜਿਹੜੀਆਂ ਉਹਦੇ 'ਚ ਪੈਸੇ ਆਏ ਸੀ ਬਹੁਤ ਵੱਡੇ, 400-500 ਕਰੋੜ ਰੁਪਈਆ, ਉਹਦੇ ਵਿੱਚ ਜੋ ਮਾੜਾ ਸੀਗਾ ਸਮੱਗਰੀ ਲੱਗ ਰਹੀ ਸੀ, ਮੈਂ ਉਹ ਵੀ ਮੁੱਦੇ ਉਠਾਉਂਦਾ ਰਿਹਾ। ਔਰ ਇਹ ਮੁੱਦਾ ਜਿਹੜਾ ਹੈ ਮੇਰੇ ਸਾਹਮਣੇ ਹੀ ਆ ਰਿਕਾਰਡ ਜਿਹੜਾ ਹੈ ਉਹ 1-2 ਦਿਨ ਹੀ ਪਹਿਲਾਂ ਆਇਆ। ਇਹ ਕੋਈ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਮੁੱਦਾ ਨਹੀਂ ਉਠਾਇਆ। ਇਹ ਮੁੱਦਾ ਜਿਹੜਾ ਹੈ ਜਦੋਂ ਵੀ ਸਾਹਮਣੇ ਆਇਆ ਮੈਂ ਉਠਾਇਆ। ਹੁਣ ਜੇਕਰ ਗੱਲ ਕਰੀਏ, ਤੁਹਾਡੇ ਹੱਥ 'ਚ ਇੱਕ ਚਿੱਠੀ ਨਜ਼ਰ ਆ ਰਹੀ ਹੈ, ਇਹ ਚਿੱਠੀ ਤੁਹਾਨੂੰ ਕਿਹਨਾਂ ਵੱਲੋਂ ਭੇਜੀ ਗਈ ਹੈ ਤੇ ਕੀ ਇਹਦੇ ਵਿੱਚ ਜ਼ਾਹਿਰ ਕੀਤਾ ਗਿਆ? ਦੇਖੋ, ਇੱਕ ਤੇ ਚਿੱਠੀ ਮੇਰੀ ਆ ਜੀ, ਜਿਹੜੀ ਡੀਪੂ ਹੋਲਡਰਾਂ ਵੱਲੋਂ ਇਹਦੇ ਵਿੱਚ ਲਿਖਿਆ, ਯੂਨੀਅਨ ਹੈ ਉਹਨਾਂ ਦੀ, ਔਰ ਉਹਨਾਂ ਨੇ ਇਹ ਲਿਖਿਆ ਕਿ ਸਾਨੂੰ ਜਿਹੜੇ ਨੇ ਲੋਕ ਤੰਗ ਕਰ ਰਹੇ ਨੇ, ਕਿਉਂਕਿ 6-6 ਮਹੀਨੇ ਤੋਂ ਪਰਚੀਆਂ ਕੱਟੀਆਂ ਔਰ ਉਹਨਾਂ ਨੂੰ ਕਣਕ ਨਹੀਂ ਮਿਲ ਰਹੀ, ਔਰ ਸਾਨੂੰ ਆਣ ਕੇ ਮਾੜੀ ਸ਼ਬਦਾਵਲੀ ਬੋਲ ਰਿਹਾ ਜਦੋਂ ਕਿ ਸਾਡਾ ਕੋਈ ਕਸੂਰ ਨਹੀਂ ਹੈ, ਜਿਹੜੀ ਉੱਪਰੋਂ ਕਣਕ ਹੀ ਨਹੀਂ ਆ ਰਹੀ ਹੈ। ਤੇ ਇਹ ਜਿਹੜੀ ਇਹ ਚਿੱਠੀ ਹੈ, ਔਰ ਆ ਉਹ ਇਨਕੁਆਰੀ ਹੈ ਜਿਹੜੀ ਮਨੀਸ਼ ਵਾਸੀ ਜਿਹੜਾ AFSO ਹੈ ਉਹਨੇ ਕੀਤੀ ਹੈ, ਔਰ ਇਸ ਇਨਕੁਆਰੀ ਤੋਂ ਬਾਅਦ ਉਹਦੀ 1 ਮਹੀਨੇ ਬਾਅਦ ਜਿਹੜੀ ਹੈ 1.5 ਮਹੀਨੇ ਬਾਅਦ ਉੱਥੋਂ ਬਦਲੀ ਕਰ ਦਿੱਤੀ ਜਾਂਦੀ ਹੈ। ਕਿਉਂਕਿ ਉਸ AFSO ਨੇ ਇਸ ਜਿਹੜਾ ਘਪਲਾ ਹੈ ਉਹਨੂੰ ਉਜਾਗਰ ਕੀਤਾ, ਔਰ ਉਹਨੂੰ ਇੱਕ ਸ਼ਿਕਾਰ ਬਣਾਇਆ ਗਿਆ। ਘਪਲਾ ਉਜਾਗਰ ਕਰਨ ਵਾਲੇ ਮਨੀਸ਼ ਵਾਸੀ ਦੇ ਉੱਤੇ FIR ਦਰਜ ਕਰ ਦਿੱਤੀ ਜਾਂਦੀ ਹੈ, ਔਰ ਉਹ ਤਕਰੀਬਨ 1.5 ਮਹੀਨਾ ਇੱਥੇ ਰਿਹਾ। 1.5 ਮਹੀਨੇ ਦੇ ਵਿੱਚ ਉਹਨੇ ਘਪਲਾ ਫੜਿਆ, ਉਸ ਤੋਂ ਬਾਅਦ ਉਹਦੇ 'ਤੇ FIR ਵੀ ਦਰਜ ਹੋ ਗਈ ਹੈ, ਔਰ ਉਹਦੀ ਬਦਲੀ ਵੀ ਕਰ ਦਿੱਤੀ ਗਈ ਹੈ। FIR ਕਿਸ ਚੀਜ਼ ਦੀ ਦਰਜ ਹੋਈ ਉਸ 'ਤੇ? FIR ਉਹਦੇ 'ਚ ਲੇਟੈਸਟ ਕਿ ਇਹਨਾਂ ਦੀ ਸੁਪਰਵਿਜ਼ਨ ਦੇ ਥੱਲੇ ਮਨੀਸ਼ ਦਾ ਤੇ ਇਹ ਦੋਸ਼ ਲਿਖਿਆ ਕਿ ਇਹਦੀ ਸੁਪਰਵਿਜ਼ਨ ਦੇ ਥੱਲੇ ਜਿਹੜਾ ਇਹ ਘਪਲਾ ਹੋਇਆ, ਜਦੋਂ ਕਿ ਉਹਨੇ ਤਾਂ ਉਸ ਆਪਣੀ ਸੁਪਰਵਿਜ਼ਨ ਦੇ ਦੌਰਾਨ ਜਿਹੜਾ ਉਹ ਘਪਲੇ ਨੂੰ ਫੜਿਆ। ਔਰ ਜਿਹੜਾ ਬੰਦਾ ਪਹਿਲੀ FIR ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਇੱਕ FIR ਹੋਈ ਸੀਗੀ 400 ਅੰਡਰ ਸੈਕਸ਼ਨ 420 ਔਰ 120B 409, ਉਹ FIR ਦਾ ਅੱਜ ਤੱਕ 1.5 ਸਾਲ ਹੋ ਗਿਆ, ਨਾ ਤੇ ਕੋਈ ਅਰੈਸਟ ਹੈ, ਨਾ ਕੋਈ ਫਰਦਰ ਇਨਵੈਸਟੀਗੇਸ਼ਨ ਹੈ, ਨਾ ਕੋਈ ਪੁੱਛਿਆ ਗਿਆ। ਔਰ ਉਸ ਮੇਨ ਦੋਸ਼ੀ ਉਸ FIR ਦੇ ਵਿੱਚ ਜਿਹੜਾ ਵਿਵੇਕ ਸ਼ਰਮਾ ਹੈ, ਔਰ ਉਹ ਕੰਟੀਨਿਊ ਕਰ ਰਿਹਾ ਉਸੇ ਜਗ੍ਹਾ ਦੇ ਉੱਤੇ ਹੀ FIR ਹੋਣ ਤੋਂ ਬਾਵਜੂਦ ਵੀ। ਜਦੋਂ ਆਹ ਘਪਲਾ ਫੜਿਆ ਗਿਆ ਔਰ ਇਸ ਮਨੀਸ਼ ਵਾਸੀ ਨੇ ਜਦੋਂ ਇਹ ਘਪਲਾ ਫੜਿਆ, ਉਸ ਤੋਂ ਬਾਅਦ ਜਿਹੜਾ ਇਹ ਹਰਕਤ ਦੇ ਵਿੱਚ ਆਇਆ ਇਹ ਮਹਿਕਮਾ, ਔਰ ਇਹਨਾਂ ਨੂੰ ਆਪਣੀ ਸਕਿਨ ਬਚਾਉਣ ਲਈ ਇਹ ਜਿਹੜੇ 6 ਹੈ ਆਪਣਾ ਆਫੀਸਰ, ਉਹਨਾਂ 'ਤੇ FIR ਦਰਜ ਕਰਨੀ ਪਈ, ਔਰ 4 ਨੂੰ ਜਿਹੜਾ ਉਹਦੇ ਵਿੱਚੋਂ ਉਸੇ ਵੇਲੇ ਸਸਪੈਂਡ ਕੀਤਾ, ਜਿਹਦੇ 'ਚ ਵਿਵੇਕ ਸ਼ਰਮਾ ਵੀ ਸ਼ਾਮਲ ਹੈ। ਵਿਵੇਕ ਸ਼ਰਮਾ ਦੇ ਉੱਤੇ ਕਿਸ ਤਰੀਕੇ ਦੇ ਨਾਲ, ਹੁਣ ਗੱਲ ਕਰੀਏ, ਤੁਸੀਂ ਵੀ ਇੱਕ ਵਿਧਾਇਕ ਦੇ ਉਮੀਦਵਾਰ ਉੱਥੋਂ ਖਲੋਣ ਜਾ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਪ੍ਰੈਸ ਕਾਨਫਰੰਸ ਤੋਂ ਜ਼ਿਆਦਾ ਸਟੀਕ ਇਹ ਰਹਿੰਦਾ ਕਿ ਤੁਸੀਂ ਉੱਥੇ ਜਾ ਕੇ ਮਹਿਕਮੇ ਦੇ ਨਾਲ ਗੱਲਬਾਤ ਕਰਦੇ, ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ, ਤੇ ਉਹਨਾਂ ਨੂੰ ਕਹਿੰਦੇ ਵੀ ਇਹ ਐਕਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ? ਕੀ ਪਹਿਲਾਂ ਇੱਦਾਂ ਦਾ ਕੋਈ ਸਟੈਪ ਚੱਕਿਆ ਗਿਆ? ਦੇਖੋ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ 550ਵੇਂ ਗੁਰਪੁਰਬ ਦੇ ਉੱਤੇ ਜੋ ਘਪਲੇ ਹੋਏ ਨੇ,
ਮੈਂ ਉਹਦੀਆਂ ਸ਼ਿਕਾਇਤਾਂ 2 ਪ੍ਰੈਸ ਕਟਿੰਗ ਮੇਰੇ ਕੋਲ ਨੇ, ਫੋਟੋਆਂ ਮੇਰੇ ਕੋਲ ਨੇ, ਅਸੀਂ ਡੀਸੀ ਨੂੰ ਦਿੰਦੇ ਰਹੇ ਹਾਂ ਵੀ ਕੋਈ ਐਕਸ਼ਨ ਲਵੋ। ਬਾਕੀ ਜਿਹੜਾ ਇਹ ਮੁੱਦਾ ਹੈ, ਇਹ ਸ਼ਿਕਾਇਤਾਂ ਮੈਂ ਬਕਾਇਦਾ ਮੇਰੇ ਕੋਲ ਰਿਕਾਰਡ ਹੈ ਕਿ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ, ਮੇਰੀਆਂ ਸਟੇਟਮੈਂਟਾਂ ਨੇ, ਪੇਪਰਾਂ ਦੇ ਵਿੱਚ ਮੈਂ ਦਿੱਤਾ ਹੈ। ਔਰ ਇਹ ਮੁੱਦਾ ਉੱਥੇ ਬੜੀ ਜ਼ੋਰ ਨਾਲ ਉਠਾਇਆ ਕਿ ਇਹ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਕਣਕ ਨਹੀਂ ਮਿਲ ਰਹੀ, ਜੇ ਪਹਿਲਾਂ ਕਣਕ ਮਿਲੀ ਸੀ ਮਾੜੀ ਕਣਕ ਮਿਲ ਰਹੀ ਹੈ, ਉਹ ਵੀ ਮੁੱਦਾ ਉਠਾਇਆ। ਔਰ ਤੁਹਾਡੀ ਪ੍ਰੈਸ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਆ ਮੈਂ ਉਠਾਉਂਦਾ ਰਿਹਾ ਵਾਂ ਔਰ ਅਫਸਰਾਂ ਨੂੰ ਮਿਲਦਾ ਰਿਹਾ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਗੱਲ ਕਰੀਏ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕਿਹੜੇ ਮਹਿਕਮੇ ਵੱਲੋਂ ਤੇ ਕਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ? ਤੁਸੀਂ ਜਿੱਦਾਂ ਮੈਂਸ਼ਨ ਕੀਤਾ ਕਿ ਵਿਵੇਕ ਸ਼ਰਮਾ ਵੀ ਸਸਪੈਂਡ ਕਰ ਦਿੱਤਾ ਗਿਆ। ਹੁਣ ਦੇਖੋ, ਹੁਣ ਇਹਦੇ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਸਾਨੂੰ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਇਨਵੈਸਟੀਗੇਸ਼ਨ ਹੈ, ਪਹਿਲਾਂ ਤਾਂ ਇਹ ਪੁਲਿਸ ਦੀ ਬਣਦੀ ਨਹੀਂ ਸੀਗੀ, ਇਹ ਵਿਜੀਲੈਂਸ ਦੀ ਜਿਹੜੀ ਹੈ ਉਹ ਇਨਕੁਆਇਰੀ ਹੋ ਕੇ ਕੇਸ ਰਜਿਸਟਰ ਹੋ ਕੇ ਇਹ ਵਿਜੀਲੈਂਸ ਨੂੰ ਡੀਲ ਕਰਨਾ ਚਾਹੀਦਾ ਸੀਗਾ। ਪਰ ਅਸੀਂ ਚਾਹੁੰਦੇ ਹਾਂ ਕਿ ਇਹ ਕੋਈ, ਕਿਉਂਕਿ ਇਹ ਕੋਈ 25 ਜਾਂ 20 ਕਰੋੜ ਦਾ ਜਾਂ 15 ਕਰੋੜਾਂ 'ਚ ਜਿਹੜਾ ਘਪਲਾ ਹੈ, ਇਹ ਛੋਟਾ ਘਪਲਾ ਨਹੀਂ ਹੁੰਦਾ। ਇਹ ਘਪਲਾ ਜਿਹੜਾ ਹੈ ਇਹਨੂੰ ਜਿਹੜਾ ਉਹ ਕੋਈ ਸਿਟਿੰਗ ਜੱਜ ਜਾਂ ਹਾਈ ਕੋਰਟ ਦੇ ਜੱਜ ਸਾਹਿਬਾਨ ਉਹਨਾਂ ਦੀ ਨਿਗਰਾਨੀ ਹੇਠ ਜੇ ਇਨਵੈਸਟੀਗੇਸ਼ਨ ਇਹ ਹੁੰਦੀ ਹੈ ਤੇ ਮੈਨੂੰ ਲੱਗਦਾ ਸੱਚ ਸਾਹਮਣੇ ਆਏਗਾ। ਔਰ ਹੋਰ ਕੱਲਾ ਇਹ 2 ਹਲਕਿਆਂ ਦੇ ਵਿੱਚ ਆਇਆ, ਪਰ ਮੈਂ ਤੁਹਾਨੂੰ ਇਹ ਦੱਸ ਦੇਣਾ ਕਈ ਹਲਕਿਆਂ ਦੇ ਵਿੱਚ ਇਹੋ ਜਿਹੀ ਗੜਬੜ ਹੋਈ ਹੈ ਜਿਹੜੀ ਇਹਨੂੰ ਜਿਹੜਾ ਹੈ ਉਸ ਸੰਬੰਧ ਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਪਹਿਲਾਂ ਆਪਾਂ ਬਾਕੀ ਹਲਕਿਆਂ ਦੀ ਗੱਲ ਕਰੀਏ ਤੇ ਉਸ ਨੂੰ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਨਜਿੱਠੇਗੀ ਜਾਂ ਕਿਸ ਤਰੀਕੇ ਦੇ ਨਾਲ ਉਜਾਗਰ ਕਰੇਗੀ ਲੋਕਾਂ ਦੇ ਅੱਗੇ? ਦੇਖੋ, ਤੁਸੀਂ ਆਮ ਆਦਮੀ ਪਾਰਟੀ ਦੀ ਇਨ ਜਨਰਲ ਗੱਲ ਕਰ ਰਹੇ ਹੋ, ਤੁਸੀਂ ਉਹ ਇਨ ਜਨਰਲ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ, ਜਿੱਥੇ ਵੀ ਕਿਤੇ ਘਪਲਾ ਸਾਹਮਣੇ ਆਉਂਦਾ ਉਹ ਉਜਾਗਰ ਕਰਦੇ ਆ। ਤੁਸੀਂ ਇੱਕ ਚਿੱਠੀਆਂ ਪੜ੍ਹੋ, ਇਹਦੇ ਵਿੱਚ ਇਸ ਰਿਪੋਰਟ ਦੇ ਵਿੱਚ ਹੀ ਜਿਹੜੀ ਹੈ ਮਨੀਸ਼ ਬਾਸੀ ਦੀ ਰਿਪੋਰਟ ਹੈ ਵੀ ਇਹਨੇ ਤਕਰੀਬਨ 4-5 ਚਿੱਠੀਆਂ ਲਿਖ ਕੇ ਰਿਕਾਰਡ ਮੰਗਣ ਦੀ ਕੋਸ਼ਿਸ਼ ਕੀਤੀ, ਕੋਈ ਰਿਕਾਰਡ ਨਹੀਂ ਮੁਹੱਈਆ ਕਰ ਰਿਹਾ। ਜੇ ਆਪਣੇ ਸੀਨੀਅਰ ਅਫਸਰ ਨੂੰ ਜਿਹੜਾ ਇਹ ਥੱਲੇ ਵਾਲੇ ਜਿਹੜੇ ਨੇ ਇੰਸਪੈਕਟਰ ਲੈਵਲ ਦੇ ਇੱਕ ਇਮਾਨਦਾਰ ਅਫਸਰ ਨੂੰ ਉਹ ਰਿਕਾਰਡ ਨਹੀਂ ਦੇ ਰਹੇ ਤੇ ਇਹਦਾ ਮਤਲਬ ਜਿਹੜਾ ਉਹ ਆਮ ਬੰਦੇ ਨੂੰ, ਸਾਡੇ ਵਰਗੇ ਬੰਦੇ ਨੂੰ ਕਿੱਥੋਂ ਰਿਕਾਰਡ ਦੇਣਗੇ? ਸੋ ਇਸ ਕਰਕੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕੱਲਾ ਆਮ ਆਦਮੀ ਪਾਰਟੀ ਦਾ ਕਿ ਉਹ ਕਿੱਦਾਂ ਮੁੱਦੇ ਨੂੰ ਉਠਾਏਗੀ, ਮੈਂ ਉਠਾਇਆ, ਮੈਂ ਨਿੱਜੀ ਤੌਰ ਤੇ ਨਹੀਂ ਇਹ ਉਠਾਇਆ, ਇਹ ਆਮ ਆਦਮੀ ਪਾਰਟੀ ਦੀ ਆਵਾਜ਼ ਹੈ। ਤੇ ਹੁਣ ਆਖਰੀ ਤੌਰ ਤੇ ਗੱਲ ਕਰੀਏ AFSO ਦੀ, ਉਸ ਦੇ ਉੱਤੇ ਵੀ FIR ਦਰਜ ਕਰ ਲਿੱਤੀ ਗਈ। ਤੁਸੀਂ ਕਿਹਾ ਵੀ ਨਜਾਇਜ਼ ਸੀਗਾ, ਉਹ ਬਣਨੀ ਨਹੀਂ ਚਾਹੀਦੀ ਸੀਗੀ। ਉਸ ਨੂੰ ਕਿਸ ਤਰੀਕੇ ਦੇ ਨਾਲ ਸੁਲਝਾਉਣ ਦੇ ਵਿੱਚ ਮਦਦ ਕੀਤੀ ਜਾਏਗੀ? ਦੇਖੋ, ਇਹ ਤਾਂ ਹੁਣ ਇਨਵੈਸਟੀਗੇਸ਼ਨ 'ਤੇ ਡਿਪੈਂਡ ਕਰਦਾ ਹੈ, ਪਰ ਅਸੀਂ ਉਹਦੀ ਤਾਰੀਫ ਕਰਦੇ ਹਾਂ ਜਿਨ੍ਹਾਂ ਮਹਿਕਮੇ 'ਚ ਰਹਿੰਦੇ ਹੋਇਆਂ ਵੀ ਇੰਨੀ ਜੁਰਤ ਕੀਤੀ ਕਿ ਮਹਿਕਮੇ ਦੇ ਜਿਹੜੇ ਆਫੀਸਰ ਨੇ ਉਹਨਾਂ ਘਪਲਾ ਉਜਾਗਰ ਕੀਤਾ ਔਰ ਬਿਲਕੁਲ ਨਿਡਰਤਾ ਦੇ ਨਾਲ ਉਹਨੂੰ ਇਹ ਘਪਲਾ ਉਜਾਗਰ ਕਰਨ ਦੀ ਸਜ਼ਾ ਇਹ ਮਿਲੀ ਕਿ ਉਹਦੇ 'ਤੇ FIR ਵੀ ਹੋ ਗਈ, ਪਲੱਸ ਉਹਦੀ ਉੱਥੋਂ ਟਰਾਂਸਫਰ ਵੀ ਕਰ ਦਿੱਤੀ ਗਈ। ਸੋ ਕੁਝ ਇਸ ਤਰੀਕੇ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਵੀਟ ਸਕੈਮ ਨਿਕਲ ਕੇ ਸਾਹਮਣੇ ਆਇਆ ਉਹ ਸਿਰਫ ਸੁਲਤਾਨਪੁਰ ਲੋਧੀ ਜਾਂ ਇੱਕ ਹਲਕੇ ਦੇ ਮਾਮਲਾ ਨਹੀਂ ਹੈ, ਬਲਕਿ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਸਕੈਮਸ ਨੇ ਉਹ ਲਗਾਤਾਰ ਚੱਲ ਰਹੇ ਨੇ। ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਹੌਲੀ-ਹੌਲੀ ਮੁੱਦਿਆਂ ਨੂੰ ਚੱਕਦੀ ਹੋਈ ਚੋਣਾਂ ਵੱਲ ਵੱਧ ਰਹੀ ਹੈ, ਚੋਣਾਂ ਦੇ ਕਾਰਨ ਇਸ ਚੀਜ਼ ਨੂੰ ਹਾਈਲਾਈਟ ਕਰੇਗੀ ਜਾਂ ਫਿਰ ਵਾਕਈ ਹੀ ਲੋਕਾਂ ਦੀ ਹਿੱਤ ਦੀ ਗੱਲ ਕਰੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਜਤਿਨ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37467। ਹਰ ਪਰਿਵਾਰ ਨੂੰ ਚਲਾਉਣ ਵਾਲੀ ਇੱਕ ਔਰਤ ਹੁੰਦੀ ਹੈ।
ਔਰਤ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਹੋਏ, ਭਾਵੇਂ ਦਵਾਈ ਹੋਏ, ਭਾਵੇਂ ਘਰ ਨੂੰ ਇਕੱਠਾ ਕਰਨਾ ਹੋਏ, ਹਰ ਪਰਿਵਾਰ ਦੀ ਮੁਸ਼ਕਿਲ ਜੇ ਹੱਲ ਕਰਦੀ ਹੈ ਤੇ ਇੱਕ ਔਰਤ ਕਰਦੀ ਹੈ। ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦੀ ਮੁੱਖ ਔਰਤ ਨੂੰ ਹਰ ਮਹੀਨੇ 2000 ਰੁਪਇਆ ਮਹੀਨਾ ਉਹਨਾਂ ਦੇ ਖਾਤੇ 'ਚ ਦਿੱਤਾ ਜਾਊਗਾ। ਸਾਲ ਦਾ 24000 ਰੁਪਇਆ ਉਸ ਮੁਖੀ ਪਰਿਵਾਰ ਦੀ ਔਰਤ ਦੇ ਖਾਤੇ 'ਚ ਦਿੱਤਾ ਜਾਊਗਾ, ਜਿਸ ਕਰਕੇ ਉਸ ਔਰਤ ਨੂੰ ਕਿਸੇ ਚੀਜ਼ ਦੀ ਮੁਸ਼ਕਿਲ ਨਾ ਪਏ। ਆ ਸਾਡਾ ਵਾਅਦਾ ਸਾਰੇ ਪਰਿਵਾਰਾਂ ਨੂੰ ਹੈ।